ਓਮ ਸ਼ਾਂਤੀ। ਅੱਜ ਬਾਬਾ ਦੇ 22/1/2021 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਬਾਪ ਦੇ ਕੋਲ ਆਏ ਹੋ ਰਿਫਰੈਸ਼ ਹੋਣ ਦੇ ਲਈ। ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਸਦਾ ਰਿਫਰੈਸ਼ ਰਹੋਗੇ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਸਮਝਦਾਰ ਬੱਚਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ? ਸਮਝਦਾਰ ਬੱਚਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ? ਉੱਤਰ ਹੈ, ਜੋ ਸਮਝਦਾਰ ਹਨ ਉਹਨਾਂ ਨੂੰ ਅਪਾਰ ਖੁਸ਼ੀ ਹੋਵੇਗੀ। ਜੇਕਰ ਖੁਸ਼ੀ ਨਹੀਂ ਤਾਂ ਬੁੱਧੂ ਹਨ। ਸਮਝਦਾਰ ਅਰਥਾਤ ਪਾਰਸ ਬੁੱਧੀ ਬਣਨ ਵਾਲੇ। ਉਹ ਦੂਜਿਆਂ ਨੂੰ ਵੀ ਪਾਰਸ ਬੁੱਧੀ ਬਣਾਉਣਗੇ। ਰੂਹਾਨੀ ਸਰਵਿਸ ਵਿੱਚ ਬਿਜ਼ੀ ਰਹਿਣਗੇ। ਬਾਪ ਦੀ ਪਛਾਣ ਦੇਣ ਬਿਗਰ ਰਹਿ ਨਹੀਂ ਸਕਣਗੇ। ਓਮ ਸ਼ਾਂਤੀ। ਬਾਪ ਬੈਠ ਸਮਝਾਉਂਦੇ ਹਨ। ਇਹ ਦਾਦਾ ਵੀ ਸਮਝਦੇ ਹਨ। ਦਾਦਾ ਮੀਨਸ ਬ੍ਰਹਮਾ ਬਾਬਾ ਵੀ ਸਮਝਦੇ ਹਨ, ਕਿਉਂਕਿ ਬਾਪ ਬੈਠ ਦਾਦਾ ਦੁਆਰਾ ਸਮਝਾਉਂਦੇ ਹਨ। ਤੁਸੀਂ ਜਿਵੇਂ ਸਮਝਦੇ ਹੋ ਇਸੇ ਤਰ੍ਹਾਂ ਦਾਦਾ ਵੀ ਸਮਝਦੇ ਹਨ। ਦਾਦਾ ਨੂੰ ਭਗਵਾਨ ਨਹੀਂ ਕਿਹਾ ਜਾਂਦਾ, ਇਹ ਹੈ ਭਗਵਾਨੋ ਵਾਚ। ਬਾਪ ਮੁੱਖ ਕੀ ਸਮਝਾਉਂਦੇ ਹਨ ਕਿ ਦੇਹੀ ਅਭਿਮਾਨੀ ਬਣੋ। ਇਹ ਕਿਉਂ ਕਹਿੰਦੇ ਹਨ? ਕਿਉਂਕਿ ਆਪਣੇ ਨੂੰ ਆਤਮਾ ਸਮਝਣ ਨਾਲ ਅਸੀਂ ਪਤਿਤ ਪਾਵਨ ਪਰਮ ਪਿਤਾ ਪਰਮਾਤਮਾ ਤੋਂ ਪਾਵਨ ਬਣਨ ਵਾਲੇ ਹਾਂ। ਇਹ ਬੁੱਧੀ ਵਿੱਚ ਗਿਆਨ ਹੈ। ਸਭ ਨੂੰ ਸਮਝਾਉਣਾ ਹੈ। ਸਭ ਨੂੰ ਸਮਝਾਉਣਾ ਹੈ। ਪੁਕਾਰਦੇ ਵੀ ਹਨ ਕਿ ਅਸੀਂ ਪਤਿਤ ਹਾਂ। ਨਵੀਂ ਦੁਨੀਆ ਪਾਵਨ ਜ਼ਰੂਰ ਹੋਵੇਗੀ ਨਾ। ਨਵੀਂ ਦੁਨੀਆ ਬਣਾਉਣ ਵਾਲਾ, ਸਥਾਪਨ ਕਰਨ ਵਾਲਾ ਇੱਕ ਬਾਪ ਹੀ ਹੈ। ਉਸ ਨੂੰ ਹੀ ਪਤਿਤ ਪਾਵਨ ਬਾਬਾ ਕਹਿ ਕੇ ਬੁਲਾਉਂਦੇ ਹਨ। ਪਤਿਤ ਪਾਵਨ ਸਾਥ ਉਸ ਨੂੰ ਬਾਪ ਵੀ ਕਹਿੰਦੇ ਹਨ। ਬਾਪ ਨੂੰ ਆਤਮਾਵਾਂ ਬੁਲਾਉਂਦੀਆਂ ਹਨ, ਸਰੀਰ ਤਾਂ ਨਹੀਂ ਬੁਲਾਵੇਗਾ ਨਾ। ਆਤਮਾ ਹੀ ਬੁਲਾਉਂਦੀ ਹੈ ਬਾਬਾ ਨੂੰ। ਬਾਬਾ ਕਹਿੰਦੇ ਸਰੀਰ ਤਾਂ ਨਹੀਂ ਬੁਲਾਵੇਗਾ। ਸਾਡੀ ਆਤਮਾ ਦਾ ਬਾਪ ਪਰਲੌਕਿਕ ਹੈ। ਉਹ ਪਤਿਤ ਪਾਵਨ ਹੈ। ਇਹ ਤਾਂ ਬਹੁਤ ਚੰਗੀ ਤਰ੍ਹਾਂ ਯਾਦ ਰਹਿਣਾ ਚਾਹੀਦਾ ਹੈ। ਇਹ ਨਵੀਂ ਦੁਨੀਆ ਹੈ ਜਾਂ ਪੁਰਾਣੀ ਦੁਨੀਆ ਹੈ, ਇਹ ਤਾਂ ਸਮਝ ਸਕਦੇ ਹੋ ਨਾ। ਇਸ ਤਰ੍ਹਾਂ ਦੇ ਵੀ ਬੁੱਧੂ ਹਨ ਜੋ ਸਮਝਦੇ ਹਨ ਕਿ ਸਾਨੂੰ ਤਾਂ ਸੁੱਖ ਅਪਾਰ ਹੈ, ਅਸੀਂ ਤਾਂ ਸਵਰਗ ਵਿੱਚ ਬੈਠੇ ਹਾਂ। ਪਰੰਤੂ ਇਹ ਸਮਝਣਾ ਚਾਹੀਦਾ ਕਿ ਕਲਯੁਗ ਨੂੰ ਕਦੇ ਵੀ ਸਵਰਗ ਨਹੀਂ ਕਹਿ ਸਕਦੇ। ਬੇਸ਼ੱਕ ਕਿੰਨੇ ਵੀ ਸੁੱਖ ਸੁਵਿਧਾ ਹੋਣ, ਪਰੰਤੂ ਕਲਯੁਗ ਨੂੰ ਸਤਯੁਗ ਨਹੀਂ ਕਹਿ ਸਕਦੇ। ਨਾਮ ਹੀ ਹੈ ਕਲਯੁਗ। ਪੁਰਾਣੀ ਪਤਿਤ ਦੁਨੀਆ। ਫਰਕ ਹੈ ਨਾ। ਮਨੁੱਖਾਂ ਦੀ ਬੁੱਧੀ ਵਿੱਚ ਇਹ ਵੀ ਨਹੀਂ ਬੈਠਦਾ। ਬਿਲਕੁਲ ਹੀ ਜੜੀ ਭੂਤ ਅਵਸਥਾ ਹੈ। ਬੱਚੇ ਨਹੀਂ ਪੜ੍ਹਦੇ ਤਾਂ ਕਹਿੰਦੇ ਹਨ ਨਾ ਕਿ ਤੁਸੀਂ ਤਾਂ ਪੱਥਰ ਬੁੱਧੀ ਹੋ। ਲੌਕਿਕ ਵਿੱਚ ਵੀ ਏਦਾਂ ਕਿਹਾ ਜਾਂਦਾ, ਬੱਚਾ ਨਹੀਂ ਪੜ੍ਹਦਾ ਤਾਂ ਮਾਂ-ਬਾਪ ਕਹਿੰਦੇ ਕਿ ਤੂੰ ਤਾਂ ਪੱਥਰ ਬੁੱਧੀ ਹਾਂ। ਤਾਂ ਬਾਬਾ ਵੀ ਲਿਖਦੇ ਹਨ, ਤੁਹਾਡੇ ਅੰਦਰ ਵੀ ਕਾਮ ਨਿਵਾਸੀ ਮਾਨਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਤਾਂ ਬਿਲਕੁਲ ਪੱਥਰ ਬੁੱਧੀ ਹਨ। ਸਮਝਦੇ ਨਹੀਂ ਹਨ ਕਿਉਂਕਿ ਦੂਜਿਆਂ ਨੂੰ ਸਮਝਾਉਂਦੇ ਨਹੀਂ ਹਨ। ਕਿਉਂ ਬਾਬਾ ਪੱਥਰ ਬੁੱਧੀ ਕਹਿੰਦੇ? ਸਾਰੇ ਬੱਚੇ ਤਾਂ ਪੱਥਰ ਬੁੱਧੀ ਨਹੀਂ ਹੁੰਦੇ, ਪਰ ਬਾਬਾ ਕਹਿੰਦੇ ਜੋ ਬੱਚੇ ਸਮਝ ਕੇ ਦੂਜਿਆਂ ਨੂੰ ਨਹੀਂ ਸਮਝਾਉਂਦੇ ਉਹ ਬੱਚੇ ਪੱਥਰ ਬੁੱਧੀ ਹਨ। ਸਮਝਦੇ ਨਹੀਂ ਤਾਂ ਦੂਜਿਆਂ ਨੂੰ ਵੀ ਸਮਝਾਉਂਦੇ ਨਹੀਂ। ਖੁਦ ਪਾਰਸ ਬੁੱਧੀ ਬਣਦੇ ਹੋ ਤਾਂ ਦੂਜਿਆਂ ਨੂੰ ਵੀ ਬਣਾਉਣਾ ਚਾਹੀਦਾ ਹੈ। ਪੁਰਸ਼ਾਰਥ ਕਰਨਾ ਚਾਹੀਦਾ ਹੈ। ਇਸ ਵਿੱਚ ਸ਼ਰਮ ਆਦਿ ਦੀ ਤਾਂ ਕੋਈ ਗੱਲ ਹੀ ਨਹੀਂ। ਪਰੰਤੂ ਮਨੁੱਖਾਂ ਦੀ ਬੁੱਧੀ ਵਿੱਚ ਅੱਧਾ ਕਲਪ ਉਲਟੇ ਅੱਖਰ ਹੀ ਪਏ ਹੋਏ ਹਨ। ਉਹ ਕਦੇ ਵੀ ਭੁੱਲਦੇ ਨਹੀਂ। ਕਿਵੇਂ ਭੁਲਾਈਏ? ਭੁਲਾਉਣ ਦੀ ਤਾਕਤ ਵੀ ਇੱਕ ਬਾਬਾ ਦੇ ਕੋਲ ਹੀ ਹੈ। ਬਾਪ ਬਿਗਰ ਕੋਈ ਵੀ ਗਿਆਨ ਦੇ ਨਹੀਂ ਸਕਦਾ।
ਮਾਨਾ ਸਾਰੇ ਹੀ ਅਗਿਆਨੀ ਠਹਿਰੇ। ਉਹਨਾਂ ਦਾ ਗਿਆਨ ਫਿਰ ਕਿੱਥੋਂ ਆਵੇ, ਉਹਨਾਂ ਨੂੰ ਗਿਆਨ ਫਿਰ ਕਿੱਥੋਂ ਆਵੇ? ਜਦੋਂ ਤੱਕ ਗਿਆਨ ਸਾਗਰ ਬਾਪ ਆ ਕੇ ਗਿਆਨ ਨਾ ਸੁਣਾਵੇ, ਤਮੋ ਪ੍ਰਧਾਨ ਮਾਨਾ ਹੀ ਅਗਿਆਨੀ ਦੁਨੀਆ, ਸਤੋ ਪ੍ਰਧਾਨ ਮਾਨਾ ਦੇਵੀ ਦੁਨੀਆ। ਫਰਕ ਤਾਂ ਹੈ ਨਾ। ਦੇਵੀ ਦੇਵਤਾ ਹੀ ਪੁਨਰ ਜਨਮ ਲੈਂਦੇ ਹਨ, ਸਮਾਂ ਵੀ ਫਿਰਦਾ ਰਹਿੰਦਾ ਹੈ, ਬੁੱਧੀ ਵੀ ਕਮਜ਼ੋਰ ਹੁੰਦੀ ਜਾਂਦੀ ਹੈ। ਬੁੱਧੀ ਦਾ ਯੋਗ ਲਗਾਉਣ ਨਾਲ ਜੋ ਤਾਕਤ ਮਿਲਣੀ ਚਾਹੀਦੀ ਹੈ ਉਹ ਫਿਰ ਖਲਾਸ ਹੋ ਜਾਂਦੀ ਹੈ। ਹੁਣ ਤੁਹਾਨੂੰ ਬਾਪ ਸਮਝਾਉਂਦੇ ਹਨ ਕਿ ਤੁਸੀਂ ਕਿੰਨੇ ਰਿਫਰੈਸ਼ ਹੁੰਦੇ ਹੋ। ਤੁਸੀਂ ਰਿਫਰੈਸ਼ ਸੀ ਅਤੇ ਵਿਸ਼ਰਾਮ ਵਿੱਚ ਸੀ। ਬਾਬਾ ਵੀ ਲਿਖਦੇ ਹਨ ਨਾ, ਬੱਚਿਆਂ ਨੂੰ ਆ ਕੇ ਰਿਫਰੈਸ਼ ਵੀ ਹੋ ਜਾਓ ਅਤੇ ਵਿਸ਼ਰਾਮ ਵੀ ਪਾਓ। ਰਿਫਰੈਸ਼ ਹੋਣ ਤੋਂ ਬਾਅਦ ਤੁਸੀਂ ਸਤਯੁਗ ਵਿੱਚ ਵਿਸ਼ਰਾਮਪੁਰੀ ਵਿੱਚ ਜਾਂਦੇ ਹੋ। ਆਤਮਾ ਜਦੋਂ ਆਪਣੇ ਘਰ ਵਿੱਚ ਹੈ ਤਾਂ ਬਾਬਾ ਕਹਿੰਦੇ ਆਰਾਮ ਵੀ ਕਰ ਰਹੀ ਹੈ, ਵਿਸ਼ਰਾਮ ਵਿੱਚ ਵੀ ਹੈ ਅਤੇ ਰਿਫਰੈਸ਼ ਵੀ ਹੈ। ਬਾਬਾ ਕਹਿੰਦੇ ਫਿਰ ਸ਼ਾਂਤੀ ਧਾਮ ਤੋਂ ਤੁਸੀਂ ਸਤਯੁਗ, ਬਾਬਾ ਕਹਿੰਦੇ ਵਿਸ਼ਰਾਮਪੁਰੀ ਵਿੱਚ ਜਾਂਦੇ ਹੋ। ਉੱਥੇ ਤੁਹਾਨੂੰ ਬਹੁਤ ਵਿਸ਼ਰਾਮ ਮਿਲਦਾ ਹੈ। ਉੱਥੇ ਸੁੱਖ, ਸ਼ਾਂਤੀ, ਸੰਪਤੀ ਆਦਿ ਸਭ ਕੁਝ ਤੁਹਾਨੂੰ ਮਿਲਦਾ ਹੈ। ਤਾਂ ਬਾਬਾ ਦੇ ਕੋਲ ਆਉਂਦੇ ਹੋ ਰਿਫਰੈਸ਼ ਹੋਣ ਲਈ, ਵਿਸ਼ਰਾਮ ਪਾਉਣ ਦੇ ਲਈ। ਰਿਫਰੈਸ਼ ਵੀ ਸ਼ਿਵ ਬਾਬਾ ਕਰਦੇ ਹਨ, ਵਿਸ਼ਰਾਮ ਵੀ ਬਾਬਾ ਦੇ ਕੋਲ ਲੈਂਦੇ ਹੋ। ਵਿਸ਼ਰਾਮ ਮਾਨਾ ਹੀ ਸ਼ਾਂਤੀ। ਥੱਕ ਕੇ ਵਿਸ਼ਰਾਮੀ ਹੁੰਦੇ ਹਨ ਨਾ, ਕੋਈ ਕਿਤੇ ਔਰ ਕੋਈ ਕਿਤੇ ਜਾਂਦੇ ਹਨ ਵਿਸ਼ਰਾਮ ਪਾਉਣ ਲਈ, ਮਨਾ ਸ਼ਾਂਤੀ ਦੇ ਲਈ। ਕੋਈ ਕਿੱਥੇ ਜਾਂਦੇ ਔਰ ਕੋਈ ਕਿੱਥੇ ਜਾਂਦੇ ਹਨ। ਉਸ ਵਿੱਚ ਵੀ ਰਿਫਰੈਸ਼ਮੈਂਟ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਇੱਥੇ ਤਾਂ ਤੁਹਾਨੂੰ ਬਾਪ ਰੋਜ਼ ਸਮਝਾਉਂਦੇ ਹਨ ਕਿ ਤੁਸੀਂ ਇੱਥੇ ਆ ਕੇ ਰਿਫਰੈਸ਼ ਹੁੰਦੇ ਹੋ। ਯਾਦ ਕਰਨ ਨਾਲ ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਦੇ ਹੋ। ਸਤੋ ਪ੍ਰਧਾਨ ਬਣਨ ਦੇ ਲਈ ਤੁਸੀਂ ਇੱਥੇ ਆਉਂਦੇ ਹੋ। ਉਸ ਦੇ ਲਈ ਕੀ ਪੁਰਸ਼ਾਰਥ ਹੈ? ਸਤੋ ਪ੍ਰਧਾਨ ਬਣਨ ਦੇ ਲਈ ਕੀ ਪੁਰਸ਼ਾਰਥ ਹੈ? ਉਸ ਦੇ ਲਈ ਕੀ ਪੁਰਸ਼ਾਰਥ ਹੈ? ਮਿੱਠੇ ਮਿੱਠੇ ਬੱਚਿਓ, ਬਾਪ ਨੂੰ ਯਾਦ ਕਰੋ। ਬਾਬਾ ਨੇ ਸਾਰੀ ਸਿੱਖਿਆ ਤਾਂ ਦੇ ਦਿੱਤੀ ਹੈ ਨਾ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਤੁਸੀਂ ਵਿਸ਼ਰਾਮ ਕਿਵੇਂ ਲੈਂਦੇ ਹੋ। ਹੋਰ ਕੋਈ ਵੀ ਇਹ ਗੱਲਾਂ ਨੂੰ ਜਾਣਦਾ ਨਹੀਂ ਤਾਂ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ, ਤਾਂ ਕਿ ਉਹ ਵੀ ਤੁਹਾਡੇ ਵਰਗਾ ਰਿਫਰੈਸ਼ ਹੋ ਜਾਣ। ਤੁਹਾਡਾ ਫਰਜ਼ ਇਹ ਹੈ ਨਾ ਕਿ ਸਾਰਿਆਂ ਨੂੰ ਪੈਗਾਮ ਦੇਣਾ ਹੈ, ਅਵਿਨਾਸ਼ੀ ਰਿਫਰੈਸ਼ ਹੋਣਾ ਹੈ, ਅਵਿਨਾਸ਼ੀ ਵਿਸ਼ਰਾਮ ਪਾਉਣਾ ਹੈ। ਸਭ ਨੂੰ ਇਹ ਪੈਗਾਮ ਦਿਓ। ਇਹੀ ਯਾਦ ਦਿਵਾਉਣਾ ਹੈ ਕਿ ਬਾਪ ਅਤੇ ਵਰਸੇ ਨੂੰ ਯਾਦ ਕਰੋ। ਕਈ ਤਾਂ ਸਮਝਦੇ ਹਨ ਕਿਤੇ ਜਾਦੂ ਨਾ ਹੋ ਜਾਵੇ। ਬਾਬਾ ਕਹਿੰਦੇ ਅਰੇ ਤੁਸੀਂ ਕਹਿੰਦੇ ਹੋ ਨਾ ਜਾਦੂਗਰ, ਪਰਮਾਤਮਾ ਨੂੰ ਕਹਿੰਦੇ ਹੋ ਜਾਦੂਗਰ, ਤਾਂ ਮੈਂ ਵੀ ਕਹਿੰਦਾ ਹਾਂ ਕਿ ਜਾਦੂਗਰ ਹਾਂ, ਪਰੰਤੂ ਜਾਦੂ ਕੋਈ ਉਹ ਨਹੀਂ ਜੋ ਭੇਡ ਬੱਕਰੀ ਬਣਾ ਦੇਵਾਂਗਾ। ਜਾਨਵਰ ਤਾਂ ਨਹੀਂ ਹੋ ਨਾ, ਇਹ ਬੁੱਧੀ ਤੋਂ ਸਮਝਿਆ ਜਾਂਦਾ ਹੈ। ਗਾਇਨ ਵੀ ਹੈ ਸੁਰ ਮੰਡਲ ਕੇ ਸਾਜ ਸੇ ਰਿਡ ਕਿਆ ਜਾਣੇ। ਤਾਂ ਬਾਬਾ ਕਹਿੰਦੇ ਇਸ ਸਮੇਂ ਮਨੁੱਖ ਜਿਵੇਂ ਰਿਡ ਮਿਸਲ ਹਨ, ਜਿਵੇਂ ਭੇਡ ਬੱਕਰੀਆਂ ਨਹੀਂ ਹੁੰਦੀਆਂ, ਰਿਡ ਮਾਨਾ ਭੇਡ ਬੱਕਰੀਆਂ ਦੇ ਸਮਾਨ ਨੇਗੇ। ਤਾਂ ਇਹ ਗੱਲਾਂ ਇੱਥੇ ਦੇ ਲਈ ਹਨ। ਮਾਨਾ ਜੋ ਬਾਬਾ ਗਿਆਨ ਦਿੰਦੇ, ਜੋ ਬਾਬਾ ਰਾਜ ਸਮਝਾਉਂਦੇ ਹਨ, ਉਸ ਨੂੰ ਮਨੁੱਖ ਸਮਝ ਨਹੀਂ ਰਿਹਾ ਹੈ। ਤਾਂ ਬਾਬਾ ਕਹਿ ਰਹੇ ਕਿ ਇਹ ਗੱਲਾਂ ਇੱਥੇ ਦੇ ਲਈ ਹੀ ਹਨ, ਸਤਯੁਗ ਵਿੱਚ ਨਹੀਂ ਗਾਉਂਦੇ, ਇਹ ਇਸ ਸਮੇਂ ਦਾ ਹੀ ਗਾਇਨ ਹੈ। ਹੁਣ ਇਹ ਸਾਰੀਆਂ ਗੱਲਾਂ ਬੁੱਧੀ ਵਿੱਚ ਹਨ। ਰਿਸ਼ੀ ਮੁਨੀਆਂ ਤੋਂ ਪੁੱਛਦੇ ਹੋ, ਰਚਿਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਜਾਣਦੇ ਹੋ? ਤਾਂ ਉਹ ਵੀ ਨੇਤੀ ਨੇਤੀ ਕਰ ਗਏ, ਕਹਿੰਦੇ ਅਸੀਂ ਨਹੀਂ ਜਾਣਦੇ। ਬਾਬਾ ਕਹਿ ਰਹੇ ਹੁਣ ਤੁਸੀਂ ਸਮਝਦੇ ਹੋ, ਤੁਸੀਂ ਪਹਿਲਾਂ ਨਾਸਤਿਕ ਸੀ, ਬੇਹੱਦ ਦੇ ਬਾਪ ਨੂੰ ਤੁਸੀਂ ਨਹੀਂ ਜਾਣਦੇ ਸੀ। ਉਹ ਹੈ ਅਸਲ ਅਵਿਨਾਸ਼ੀ ਬਾਬਾ, ਆਤਮਾਵਾਂ ਦਾ ਬਾਬਾ। ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਉਸ ਬੇਹੱਦ ਦੇ ਬਾਪ ਦੇ ਬਣੇ ਹਾਂ, ਜੋ ਕਦੇ ਵੀ ਜਲਦੇ ਨਹੀਂ। ਇੱਥੇ ਤਾਂ ਸਭ ਜਲਦੇ ਹਨ, ਰਾਵਣ ਨੂੰ ਜਲਾਉਂਦੇ ਹਨ ਨਾ, ਸਰੀਰ ਹੈ ਨਾ। ਫਿਰ ਵੀ ਆਤਮਾ ਨੂੰ ਤਾਂ ਕੋਈ ਜਲਾ ਨਹੀਂ ਸਕਦਾ।
ਤਾਂ ਬੱਚਿਆਂ ਨੂੰ ਬਾਪ ਇੱਕ ਗੁਪਤ ਗਿਆਨ ਸੁਣਾਉਂਦੇ ਹਨ ਜੋ ਬਾਪ ਦੇ ਕੋਲ ਹੀ ਹੈ। ਇਹ ਆਤਮਾ ਵਿੱਚ ਗੁਪਤ ਗਿਆਨ ਹੈ। ਆਤਮਾ ਵੀ ਗੁਪਤ ਹੈ। ਆਤਮਾ ਇਸ ਮੂੰਹ ਦੁਆਰਾ ਬੋਲਦੀ ਹੈ। ਇਸ ਲਈ ਬਾਬਾ ਕਹਿੰਦੇ ਬੱਚੇ ਦੇਹ ਅਭਿਮਾਨੀ ਨਹੀਂ ਬਣੋ। ਦੇਹ ਅਭਿਮਾਨੀ ਨਹੀਂ ਬਣੋ, ਆਤਮ ਅਭਿਮਾਨੀ ਬਣੋ, ਨਹੀਂ ਤਾਂ ਜਿਵੇਂ ਉਲਟੇ ਬਣ ਜਾਂਦੇ ਹੋ। ਆਪਣੇ ਨੂੰ ਆਤਮਾ ਭੁੱਲ ਜਾਂਦੇ ਹੋ। ਡਰਾਮਾ ਦੇ ਰਾਜ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਡਰਾਮਾ ਵਿੱਚ ਜੋ ਨੋਂਦ ਹੈ ਉਹ ਹੂਬਹੂ ਰਿਪੀਟ ਹੁੰਦਾ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਡਰਾਮਾ ਅਨੁਸਾਰ ਸੈਕਿੰਡ ਬਾਈ ਸੈਕਿੰਡ ਕਿਵੇਂ ਚੱਲਦਾ ਹੈ। ਇਹ ਸਾਰੀ ਨੌਲੇਜ ਵੀ ਬੁੱਧੀ ਵਿੱਚ ਹੈ। ਅਮਰ ਲੋਕ ਨੂੰ ਪਰਿਸਥਾਨ ਕਿਹਾ ਜਾਂਦਾ ਹੈ। ਉੱਥੇ ਤਾਂ ਬਿਲਕੁਲ ਨੈਚੁਰਲ ਬਿਊਟੀ ਰਹਿੰਦੀ ਹੈ, ਮਾਨਾ ਕੁਦਰਤੀ ਸੁੰਦਰਤਾ ਹੁੰਦੀ ਹੈ, ਕੋਈ ਆਰਟੀਫਿਸ਼ਲ ਨਹੀਂ। ਬਾਬਾ ਕਹਿ ਰਹੇ ਭਾਰਤ ਨੂੰ ਵਾਸਤਵ ਵਿੱਚ ਪਰਿਸਥਾਨ ਕਹਿੰਦੇ ਸੀ। ਇਹ ਲక్ష్ਮੀ ਨਾਰਾਇਣ ਪਰਿਸਥਾਨ ਦੇ ਮਾਲਿਕ ਹਨ ਨਾ। ਕਿੰਨੇ ਸ਼ੋਭਾਵਾਨ ਹਨ, ਸਤੋ ਪ੍ਰਧਾਨ ਹਨ। ਨੈਚੁਰਲ ਬਿਊਟੀ ਸੀ। ਆਤਮਾ ਵੀ ਚਮਕਦੀ ਰਹਿੰਦੀ ਹੈ। ਬੱਚਿਆਂ ਨੂੰ ਦਿਖਾਇਆ ਸੀ ਕਿ ਕ੍ਰਿਸ਼ਨ ਦਾ ਜਨਮ ਕਿਵੇਂ ਹੁੰਦਾ ਹੈ। ਸਾਰੇ ਕਮਰੇ ਵਿੱਚ ਜਿਵੇਂ ਚਮਤਕਾਰ ਹੋ ਜਾਂਦਾ ਹੈ। ਆਤਮਾ ਚਮਕਦੀ ਹੈ। ਤਾਂ ਬਾਪ ਬੈਠ ਇਹ ਸਭ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਹੁਣ ਪਰਿਸਥਾਨ ਜਾਣ ਲਈ ਤੁਸੀਂ ਪੁਰਸ਼ਾਰਥ ਕਰਦੇ ਹੋ, ਨੰਬਰਵਾਰ ਤੋਂ ਹੋ ਨਾ। ਬਾਬਾ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਅੱਛਾ, ਫਿਰ ਬਾਬਾ ਨੇ ਯਾਦ ਪਿਆ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ, ਇਸ ਪਤਿਤ ਦੁਨੀਆ ਦਾ ਬੁੱਧੀ ਤੋਂ ਸੰਨਿਆਸ ਕਰ ਆਪਣੀ ਦੇਹ ਅਤੇ ਦੇਹ ਦੇ ਸੰਬੰਧੀਆਂ ਨੂੰ ਭੁੱਲ ਕੇ ਆਪਣੀ ਬੁੱਧੀ ਬਾਪ ਅਤੇ ਸਵਰਗ ਵੱਲ ਲਗਾਉਣੀ ਹੈ। ਦੂਸਰਾ, ਅਵਿਨਾਸ਼ੀ ਵਿਸ਼ਰਾਮ ਦਾ ਅਨੁਭਵ ਕਰਨ ਦੇ ਲਈ ਬਾਪ ਅਤੇ ਵਰਸੇ ਦੀ ਸਮ੍ਰਿਤੀ ਵਿੱਚ ਰਹਿਣਾ ਹੈ। ਸਾਰਿਆਂ ਨੂੰ ਬਾਪ ਦਾ ਪੈਗਾਮ ਦੇ ਕੇ ਰਿਫਰੈਸ਼ ਕਰਨਾ ਹੈ। ਰੂਹਾਨੀ ਸਰਵਿਸ ਵਿੱਚ ਸ਼ਰਮ ਨਹੀਂ ਕਰਨੀ ਹੈ। ਵਰਦਾਨ ਹੈ, ਸਦਾ ਬਾਪ ਦੇ ਸਨਮੁਖ ਰਹੇ ਖੁਸ਼ੀ ਦਾ ਅਨੁਭਵ ਕਰਨ ਵਾਲੇ ਅਥੱਕ ਅਤੇ ਆਲਸ ਰਹਿਤ ਭਵ। ਕੋਈ ਵੀ ਪ੍ਰਕਾਰ ਦੇ ਸੰਸਕਾਰ ਜਾਂ ਸੁਭਾਅ ਨੂੰ ਪਰਿਵਰਤਨ ਕਰਨ ਵਿੱਚ ਦਿਲ ਸ਼ਿਕਸਤ ਹੋਣਾ ਜਾਂ ਫਿਰ ਅਲਬੇਲਾਪਣ ਆਉਣਾ ਵੀ ਥੱਕਣਾ ਹੈ। ਇਸ ਵਿੱਚ ਅਥੱਕ ਬਣੋ। ਅਥੱਕ ਦਾ ਅਰਥ ਹੈ ਜਿਸ ਵਿੱਚ ਆਲਸ ਨਾ ਹੋਵੇ। ਜੋ ਬੱਚੇ ਇਸ ਤਰ੍ਹਾਂ ਆਲਸ ਰਹਿਤ ਹਨ ਉਹ ਸਦਾ ਬਾਪ ਦੇ ਸਨਮੁਖ ਰਹਿੰਦੇ ਅਤੇ ਖੁਸ਼ੀ ਦਾ ਅਨੁਭਵ ਕਰਦੇ ਹਨ। ਉਹਨਾਂ ਦੇ ਮੂੰਹ ਤੋਂ ਕਦੇ ਵੀ ਦੁੱਖ ਦੀ ਲਹਿਰ ਨਹੀਂ ਆ ਸਕਦੀ। ਇਸ ਲਈ ਉਹਨਾਂ ਦੇ ਮਨ ਵਿੱਚ ਕਦੇ ਵੀ ਦੁੱਖ ਦੀ ਲਹਿਰ ਨਹੀਂ ਆ ਸਕਦੀ। ਇਸ ਲਈ ਸਦਾ ਸਨਮੁਖ ਰਹੋ ਅਤੇ ਖੁਸ਼ੀ ਦਾ ਅਨੁਭਵ ਕਰੋ। ਸਲੋਗਨ ਹੈ, ਸਿੱਧੀ ਸਵਰੂਪ ਬਣਨ ਦੇ ਲਈ ਹਰ ਸੰਕਲਪ ਵਿੱਚ ਪੁੰਨ ਅਤੇ ਬੋਲ ਵਿੱਚ ਦੁਆਵਾਂ ਜਮ੍ਹਾਂ ਕਰਦੇ ਚੱਲੋ। ਅੱਛਾ, ਓਮ ਸ਼ਾਂਤੀ।